ਸੁਪਰੀਮ ਕੋਰਟ ਨੂੰ फैसला लेना बनता सी कमेटियां बनाने वास्ते, नहीं कहना चाहिए सी मेरी समझ के मुताबिक। फिर तो सुप्रीम कोर्ट नूं कहना चाहिए जी कानून वापस लवे सरकार, किसान आपदे घर नूं जाण, जिवें काम चलदा ठीक चल रहा पहलां। मौतां हो रही ने, वड्डा इकट्ठा किसान यूनियन दे मौतां दी गिणती लगातार वधदी जांदी है। तुहानूं की लगदा ते ठंड भी वधदी जा रही है कि संघर्ष एवें ही चली जाऊगा? हुण किवें दे प्रदर्शन होणगे? ना राजनीति नूं जथेबंदियां लवे फटकण दिंदियां ने, कोई राजनीतिक बंदे नूं पिछे भी नहीं बैठण दिता जाता, बहुत दूर रखे हुए राजनीतिक लोग। सत श्री अकाल जी, तुसीं देख रहे हो पंजाबी लोक चैनल। मैं अमनदीप सिंह माझा। धरने प्रदर्शन किसानां दे लगातार जारी ने, दिल्ली दे बॉर्डर घेरे होए ने। प्रदर्शन दिल्ली के बॉर्डर के नाल पंजाब के कोने-कोने टोल प्लाजिया ते चल रहे हैं। तुहानूं ताज़ा जानकारी दे दईए कि सुप्रीम कोर्ट वालों अज फैसला आना सी, फैसला आया कि कमेटी बने, होर कोई हल नहीं निकल सकता, मसला गंभीर आ। सो सुप्रीम कोर्ट ने भी ये मन्निया। साडे नाल भारतीय किसान यूनियन उगराहां दे सीनियर आगू मनजीत सिंह घराचों मौजूद ने, उन्हां नाल करांगे गलबात कि किवें दा कि मसला गंभीर हुंदा जा रहा। सुप्रीम कोर्ट ने दखल दिता, दखल देण तो बाद सुप्रीम कोर्ट ने कहा कि मसला गंभीर आ, कमेटियां बनाईयां जाण। करांगे गलबात मनजीत सिंह घराचों नाल। घराचों साहब, सुप्रीम कोर्ट ने दखल दिता, कहा कि कमेटियां बनाईयां जाण, होर कोई हल नहीं निकलदा, मसला गंभीर होया पिया, की कहोगे? ਜਿਹੜਾ ਭਾਰਤ ਦੇ ਸੁਪਰੀਮ ਕੋਰਟ ਤੇ ਬਹੁਤ ਵੱਡੀਆਂ ਆਸਾਂ ਲੋਕਾਂ ਦੀਆਂ ਲੱਗੀਆਂ ਸੀਗੀਆਂ, ਪਰ ਉਹਦਾ ਜਿਹੜਾ ਫੈਸਲਾ ਆਇਆ ਹੈ ਉਹ ਤੇ ਮੇਰੇ ਦਿਮਾਗ ਦੇ ਮੁਤਾਬਕ ਵੀ ਜਿਹੜੀ ਆਸ ਸੀਗੀ ਉਹ ਆਸ ਤੇ ਪਾਣੀ ਫਿਰਿਆ। ਜਿਹੜੀ ਗੱਲ ਰਾਜ ਕਰਦੇ ਲੋਕਾਂ ਨੇ ਤੇ ਮੰਤਰੀਆਂ ਨੇ ਕਹੀ ਹੈ ਵੀ ਇਹ ਤੇ ਕਮੇਟੀਆਂ ਬਣਾਈਆਂ ਜਾਣ, ਉਹੀ ਗੱਲ ਸੁਪਰੀਮ ਕੋਰਟ ਦਾ ਕਹਿਣਾ ਨਹੀਂ ਬਣਦਾ ਜੀ। ਸੁਪਰੀਮ ਕੋਰਟ ਸੁਪਰੀਮ ਪਾਵਰ ਹੈ ਦੇਸ਼ ਦੀ ਜੇ ਵਿੱਚ ਕੋਈ ਸਥਿਤੀ ਵਿਗੜਦੀ ਹੈ ਉਹਦੇ ਲਈ ਸੁਪਰੀਮ ਕੋਰਟ ਬਹੁਤ ਜ਼ਿੰਮੇਵਾਰੀ ਨਾਲ ਉਹਨੂੰ ਕੋਈ ਫੈਸਲਾ ਲੈਣਾ ਚਾਹੀਦਾ ਸੀ। ਸੁਪਰੀਮ ਕੋਰਟ ਨੂੰ ਇੱਕ ਨਿਰਪੱਖ ਹੋ ਕੇ, ਇੱਕ ਕਿਸਾਨਾਂ ਦਾ ਪੱਖ ਦੇਖ ਕੇ, ਸਾਰੇ ਭਾਰਤ ਦਾ ਪੱਖ ਦੇਖ ਕੇ, ਉੱਥੇ ਲੋਕ ਬੈਠੇ ਆ, ਬਹੁਤ ਜ਼ਿਆਦਾ ਸਰਦੀ ਹੈ, ਬਹੁਤ ਜ਼ਿਆਦਾ ਠੰਡ ਹੈ। ਜਿਹੜਾ ਦੇਸ਼ ਦੇ ਹੱਕ 'ਚ ਫੈਸਲਾ ਸੀ ਉਹ ਕਿਸਾਨਾਂ ਦੇ ਹੱਕ ਦਾ ਫੈਸਲਾ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ ਸੀ। ਇਹ ਨਹੀਂ ਕਹਿਣਾ ਚਾਹੀਦਾ ਸੀ ਵੀ ਕਮੇਟੀਆਂ ਬਣਨ। ਇਸ ਗੱਲ 'ਤੇ ਤਾਂ ਉਹ ਰਾਜ ਕਰਦਾ ਲੋਕ ਚਾਹੁੰਦੇ ਆ ਕਮੇਟੀਆਂ ਬਣਨ, ਇਸ ਗੱਲ ਨੂੰ ਲਮਕਾਇਆ ਜਾਵੇ। ਲਮਕਾਇਆ ਹੋਇਆ ਮਸਲਾ ਪਹਿਲਾਂ, ਕਮੇਟੀਆਂ ਤੇ ਮਸਲੇ ਨੇ ਹੋਰ ਲਮਕਣਾ। ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਬਣਦਾ ਸੀ ਕਮੇਟੀਆਂ ਬਣਾਉਣ ਵਾਸਤੇ, ਨਹੀਂ ਕਹਿਣਾ ਚਾਹੀਦਾ ਸੀ ਮੇਰੀ ਸਮਝ ਦੇ ਮੁਤਾਬਕ, ਜਿੱਥੇ ਤੱਕ ਮੇਰੀ ਬੁੱਧੀ ਕੰਮ ਕਰਦੀ। ਘਰਾਚੋਂ ਸਾਹਿਬ, ਪਰ ਸੁਪਰੀਮ ਕੋਰਟ ਵੀ ਸੋਚਦੀ ਹੋ ਕਿ ਮਸਲਾ ਗੰਭੀਰ ਆ, ਥੋੜਾ ਜਿਹਾ ਸਮਾਂ ਦਈਏ, ਦੇਖਦੇ ਆ ਕਮੇਟੀਆਂ ਬਣ ਕੇ ਜੇ ਹੱਲ ਨਿਕਲੇ, ਕਿਉਂਕਿ ਮਸਲਾ ਗੰਭੀਰ ਹੋਇਆ ਪਿਆ। ਇੱਕ ਪਾਸੇ ਸੋਧਾਂ ਨੂੰ ਤਿਆਰ ਆ ਕੇਂਦਰ ਸਰਕਾਰ, ਪਰ ਕਿਸਾਨ ਆਗੂ ਕਹਿੰਦੇ ਨੇ, ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕਿ ਸੋਧਾਂ ਦੀ ਗੱਲ ਨਹੀਂ, ਪੂਰੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਕੀ ਕਹੋਗੇ? ਇੱਕ ਤਾਂ ਇਹ ਹੁੰਦਾ ਕੋਰਟ ਨੂੰ ਭੁਲੇਖਾ ਹੁੰਦਾ ਕੋਈ, ਮਤਲਬ ਵੀ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਕੋਈ ਭੁਲੇਖਾ ਹੈ, ਪਰ ਇਹਦਾ ਭੁਲੇਖਾ ਤਾਂ ਰਾਜ ਕਰਦੇ ਲੋਕਾਂ ਨੇ ਜਿਹੜੇ ਨੇ ਕਾਨੂੰਨ ਬਣਾਇਆ, ਸਰਕਾਰਾਂ ਨੇ ਕਹਿ ਦਿੱਤਾ ਵੀ ਇਹਨਾਂ 'ਚ ਫਰਕ ਹੈ, ਉਹ ਫਰਕ ਨੂੰ ਅਸੀਂ ਕੱਢ ਦਿੰਦੇ ਹਾਂ, ਉਹ ਫਰਕ ਨੂੰ ਅਸੀਂ ਦੂਰ ਕਰ ਦਿੰਦੇ ਹਾਂ। ਫਿਰ ਤਾਂ ਕੋਈ ਫੈਸਲੇ ਵਾਲੀ ਗੱਲ ਹੀ ਨਹੀਂ ਸੀ। ਫਿਰ ਤਾਂ ਸੁਪਰੀਮ ਕੋਰਟ ਨੂੰ ਕਹਿਣਾ ਚਾਹੀਦਾ ਜੀ ਕਾਨੂੰਨ ਵਾਪਸ ਲਵੇ ਸਰਕਾਰ, ਕਿਸਾਨ ਆਪਦੇ ਘਰ ਨੂੰ ਜਾਣ, ਜਿਵੇਂ ਕੰਮ ਚੱਲਦਾ ਠੀਕ ਚੱਲ ਰਿਹਾ ਪਹਿਲਾਂ। ਜਿਹੜੀ MSP ਹੈ ਇਹਦੀ ਪੂਰੀ ਗਰੰਟੀ ਕਰਨੀ ਚਾਹੀਦੀ ਹੈ, ਹਰੇਕ ਬੰਦੇ ਨੂੰ ਉਰੇ ਹੱਕ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ 'ਚ ਗਏ, ਉੱਥੇ ਬੋਲੇ ਕਿ ਕੀ ਸਿਸਟਮ ਆ ਕਿ ਇੱਕ ਕੰਟਰੈਕਟ ਹੀ ਕਰ ਰਹੇ ਹਾਂ ਅਸੀਂ। ਕੰਟਰੈਕਟ ਤਾਂ ਕਹਿੰਦੇ ਵੀ ਜੇ ਦੁੱਧ ਦਾ ਕਰ ਦਈਏ, ਦੁੱਧ ਤੇ ਕੰਟਰੈਕਟ ਹੋ ਜੇ ਕੰਪਨੀ ਦਾ, ਕੋਈ ਇਹ ਤਾਂ ਨਹੀਂ ਵੀ ਦੁੱਧ ਖਰੀਦਣ ਵਾਲੇ ਡੰਗਰ ਘਰੋਂ ਲੈ ਜਾਣਗੇ, ਮੈਸਾਂ ਜਾਂ ਮੱਝਾਂ ਘਰੋਂ ਲੈ ਜਾਣਗੇ, ਵੀ ਸਿਰਫ ਕੰਟਰੈਕਟ ਆ, ਕੋਈ ਜ਼ਮੀਨਾਂ ਨਹੀਂ ਖੋਈਆਂ ਜਾਣਗੀਆਂ। ਕੀ ਕਹੋਗੇ? ਜਿਹੜਾ ਕੰਟਰੈਕਟਰ ਦੇ ਮੁਤਾਬਕ ਪਹਿਲਾਂ ਭਾਰਤ 'ਚੋਂ ਬਹੁਤ ਕੁਝ ਖੁੱਸ ਗਿਆ, ਸਾਡੇ ਸਕੂਲ ਚਲੇ ਗਏ, ਸਾਡੇ ਹਸਪਤਾਲ ਚਲੇ ਗਏ। ਇਹ ਕੰਟਰੈਕਟ ਨੇ ਸਾਡਾ ਪਹਿਲਾਂ ਬਹੁਤ ਕੁਝ ਖੋਲਿਆ। ਸਾਡੇ ਕੋਲੇ ਸਿਰਫ ਤੇ ਸਿਰਫ ਜ਼ਮੀਨਾਂ ਨੇ, ਜਿਹੜੀਆਂ ਜ਼ਮੀਨਾਂ ਦੀ ਤਾਕਤ ਨਾਲ ਅੱਜ ਅਸੀਂ ਜੰਗ ਲੜਨ ਵਾਸਤੇ ਸੈਂਟਰ ਨਾਲ ਬੈਠੇ ਹਾਂ, ਉਹ ਸਾਨੂੰ ਪਿੱਛੋਂ ਤਾਕਤ ਦੇ ਰਹੀ ਹੈ। ਉਹ ਸਾਰੀ ਤਾਕਤ ਤੇ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ ਕਰਾਉਣ ਵਾਸਤੇ ਪੂਰੀ ਪਲਾਨ ਦੇ ਤਹਿਤ ਸਰਕਾਰ ਆਈ ਹੈ। ਇਹ ਮੈਂ ਸਮਝਦਾ ਵੀ ਸੁਪਰੀਮ ਕੋਰਟ ਨੂੰ ਪੂਰਾ ਸਖਤ ਫੈਸਲਾ ਲੈਣਾ ਚਾਹੀਦਾ ਸੀ ਸਰਕਾਰ ਦੇ ਬਰਖਲਾਫ। ਇਹਦੇ ਵਿੱਚ ਕਮੇਟੀ ਵਾਲਾ ਜਿਹੜੀ ਕੋਈ ਗੱਲ ਹੀ ਨਹੀਂ ਆਉਣੀ ਚਾਹੀਦੀ ਸੀਗੀ ਜੀ। ਘਰਾਚੋਂ ਸਾਹਿਬ, ਵੈਸੇ ਕਿਹਾ ਜਾਂਦਾ ਵੀ ਸੋਧਾਂ ਦੀ ਗੱਲ ਕਰਦੇ ਨੇ, ਜਿੰਨੀਆਂ ਵੀ ਜਥੇਬੰਦੀਆਂ ਦੀਆਂ ਗੱਲਾਂ ਬਾਤਾਂ ਦੇ ਕੇ ਸੋਧਾਂ ਕਰਦੇ ਨੇ ਸਾਰੀਆਂ, ਵੀ ਇੱਕ ਜਿਵੇਂ ਬਾਕਸ ਦੇ ਵਿੱਚੋਂ ਸਾਰੀਆਂ ਚੀਜ਼ਾਂ ਕੱਢਦੇ ਨੇ, ਪਰ ਬਾਕਸ ਰੱਖਣਾ ਉਹਨਾਂ ਦੀ ਵੀ ਹੋਇਆ। ਜੇ ਸੋਧਾਂ ਸਾਰੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਸਹੀ ਨਹੀਂ ਕਿਸਾਨਾਂ ਲਈ। ਮੇਰਾ ਤੁਹਾਡੇ ਜਰੀਏ ਇਹੀ ਸੁਪਰੀਮ ਕੋਰਟ ਨੂੰ ਸਵਾਲ ਹੈ ਵੀ ਜਦੋਂ ਮੰਨ ਗਏ ਵੀ ਅਸੀਂ ਸੋਧਾਂ ਕਰ ਦਿੰਦੇ ਹਾਂ, ਇੱਕ ਬਕਸੇ 'ਚੋਂ ਸਾਰੀਆਂ ਚੀਜ਼ਾਂ ਕੱਢ ਦਿੰਦੇ ਹਾਂ, ਫਿਰ ਉਹ ਖਾਲੀ ਬਕਸੇ 'ਤੇ ਸੁਪਰੀਮ ਕੋਰਟ ਨੇ ਵੀ ਕਿਉਂ ਸੋਚ ਲਿਆ ਵੀ ਤੇ ਕਮੇਟੀ ਬਣਨੀ ਚਾਹੀਦੀ ਹੈ? ਇੱਕ ਬਹੁਤ ਵੱਡਾ ਸਵਾਲ ਹੈ। ਇਹ ਸਵਾਲ 'ਤੇ ਸਾਨੂੰ ਪੂਰਨ ਤੌਰ 'ਤੇ ਭਾਰਤ ਦੇ ਲੋਕਾਂ ਨੂੰ
ਖਿਆਲ ਕਰਨਾ ਚਾਹੀਦਾ। ਘਰਾਚੋਂ ਜੀ ਮੌਤਾਂ ਹੋ ਰਹੀਆਂ ਨੇ, ਵੱਡਾ ਇਕੱਠਾ ਕਿਸਾਨ ਯੂਨੀਅਨ ਦੇ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਆ, ਤੁਹਾਨੂੰ ਕੀ ਲੱਗਦਾ ਤੇ ਠੰਡ ਵੀ ਵੱਧਦੀ ਜਾ ਰਹੀ ਆ ਕਿ ਸੰਘਰਸ਼ ਐਵੇਂ ਹੀ ਚੱਲੀ ਜਾਊਗਾ? ਹੁਣ ਕਿਵੇਂ ਦੇ ਪ੍ਰਦਰਸ਼ਨ ਹੋਣਗੇ? ਜਿਹੜਾ ਲੋਕਾਂ ਦਾ ਜੋਸ਼ ਹੈ ਬੜਾ ਬਰਕਰਾਰ ਹੈ। ਇੱਕ ਜੰਗ ਦੇ ਅੰਦਰ ਜਦੋਂ ਕੋਈ ਫੌਜੀ ਸ਼ਹੀਦ ਹੋ ਜਾਂਦਾ ਤੇ ਜੰਗ ਅੱਗੇ ਵੱਧਦੀ ਜਾਂਦੀ ਹੈ, ਫਿਰ ਉਹ ਨਾਲ ਦੇ ਸਾਥੀ ਨੂੰ ਛੱਡਿਆ ਜਾਂਦਾ। ਹੁਣ ਮੌਤਾਂ ਦਾ ਸਵਾਲ ਨਹੀਂ ਰਿਹਾ, ਦੇਸ਼ ਨੂੰ ਬਚਾਉਣ ਦਾ ਬਹੁਤ ਵੱਡਾ ਸਵਾਲ ਹੈ, ਜਿਹੜਾ ਸਾਡੇ ਲਈ ਇੱਕ ਬਹੁਤ ਵੱਡੀ ਅੱਗੇ ਮਤਲਬ ਚੇਤਾਵਨੀ ਹੈ ਸਾਡੇ ਲਈ। ਇੱਕ ਅਸੀਂ ਉਹ ਮੌਤਾਂ ਨਹੀਂ ਦੇਖਣੀਆਂ ਜਿਹੜੀਆਂ ਸਾਡੀਆਂ ਲਗਾਤਾਰ ਸ਼ਹੀਦੀਆਂ ਹੋ ਰਹੀਆਂ। ਉਹ ਬੜੇ ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ ਜਿਹੜੇ ਇਸ ਘੋਲ ਦੌਰਾਨ ਸ਼ਹੀਦ ਹੋ ਰਹੇ ਹੈ। ਪਰ ਜਿਹੜੇ ਕਰਕੇ ਜੰਗ ਰੁਕ ਜੇ, ਇਹ ਨਹੀਂ ਹੋ ਸਕਦਾ। ਸਾਥੀ ਨੂੰ ਛੱਡਿਆ ਜਾਂਦਾ, ਜਦੋਂ ਗੋਲੀ ਲੱਗ ਜਾਂਦੀ ਹੈ ਜੰਗ ਦੇ ਅੰਦਰ ਅੱਗੇ ਵੱਧ ਜਾਂਦੇ ਆ। ਅਸੀਂ ਅੱਗੇ ਵੱਧ ਰਹੇ ਹਾਂ, ਸਾਨੂੰ ਕੋਈ ਪਰਵਾਹ ਨਹੀਂ ਠੰਡ ਦੀ। ਅਸੀਂ ਉਸ ਗੁਰੂ ਦੇ ਵਾਰਸ ਹਾਂ ਜਿਹੜਿਆਂ ਨੇ ਨਿੱਕੇ ਨਿੱਕੇ ਬੱਚੇ ਨੀਹਾਂ 'ਚ ਚਣਾਏ ਤੇ ਸਾਨੂੰ ਦੱਸ ਕੇ ਗਿਆ ਵੀ ਮਾਛੀਵਾੜੇ ਦੇ ਜੰਗਲ ਦੇ ਅੰਦਰ ਬਗੈਰ ਕੱਪੜਿਆਂ ਤੋਂ ਪਿਆ ਜਾ ਸਕਦਾ, ਨੰਗੇ ਪੈਰੀਂ ਜੰਗ ਲੜੀ ਜਾ ਸਕਦੀ ਹੈ, ਪਰ ਹੌਸਲਾ ਨਹੀਂ ਕਦੇ ਹਾਰਨਾ ਚਾਹੀਦਾ। ਅੱਜ ਵੀ ਉਹੀ ਚੀਜ਼ ਹੈ, ਉਹੀ ਲੜਾਈ ਹੈ, ਉਹੀ ਸਾਨੂੰ ਸੇਧ ਦਿੰਦੀ ਹੈ ਤੇ ਅਸੀਂ ਜੰਗ ਜਿੱਤ ਕੇ ਮੁੜਾਂਗੇ। ਪਰ ਮੈਂ ਦੁਬਾਰਾ ਫਿਰ ਕਹਿਣਾ, ਸੁਪਰੀਮ ਕੋਰਟ ਨੂੰ ਇਹ ਫੈਸਲਾ ਕਮੇਟੀ ਬਣਾਉਣ ਵਾਲਾ ਨਹੀਂ ਲੈਣਾ ਚਾਹੀਦਾ ਸੀ। ਫੈਸਲੇ ਦੀ ਆਸ ਸੀਗੀ ਲੋਕਾਂ ਨੂੰ, ਉਹ ਤੇ ਵੀ ਜਾਣੀ ਕਿ ਪਾਣੀ ਫਿਰਿਆ, ਇਹ ਲੈਣਾ ਨਹੀਂ ਚਾਹੀਦਾ ਸੀ। ਦਿੱਲੀ ਬਾਰਡਰਾਂ ਤੇ ਕਿਵੇਂ ਲੱਗਦਾ ਤੁਹਾਨੂੰ? ਅਨੁਮਾਨ ਇਕੱਠ ਉਨਾ ਹੀ ਆ ਜਾਂ ਵੱਧਦਾ ਜਾ ਰਿਹਾ ਜਾਂ ਘਟ ਗਿਆ ਪਹਿਲਾਂ ਤੋਂ? ਇਕੱਠ ਤਾਂ ਜਿਵੇਂ ਮੰਨ ਲਈਏ ਵੀ ਸਾਡੇ 70 ਬੰਦੇ ਪਹਿਲਾਂ ਸੀਗੇ, ਕੱਲ 90 ਬੰਦੇ ਸਾਡੇ ਸਮੇਤ ਮਾਈਆਂ ਹੋਰ ਗਏ ਹੈ। ਬਹੁਤ ਵੱਡਾ ਜਿਹੜਾ ਵਿਸ਼ਾਲ ਇਕੱਠ ਆ ਅੱਜ ਦਾ ਸਾਡੀਆਂ ਮਾਵਾਂ ਭੈਣਾਂ ਦਾ ਬਹੁਤ ਵੱਡੀ ਗਿਣਤੀ 'ਚ ਇਕੱਠ ਹੈ। ਇਸੇ ਇਕੱਠ ਦਾ ਜਿਹੜਾ ਦਬਾਅ ਸਰਕਾਰ ਤੇ ਬਣਿਆ, ਜਿਹੜੀ ਸਰਕਾਰ ਹਮਲੇ ਦੀ ਰੋਹ 'ਚ ਨਹੀਂ ਰਹੀ। ਨਹੀਂ ਤਾਂ ਜੇ ਕਿਤੇ ਇਕੱਠ ਘੱਟ ਹੁੰਦਾ ਫਿਰ ਤਾਂ ਸਰਕਾਰ ਜਿਹੜੀ ਇਹ ਬਹੁਤ ਮਾੜੀ ਨੀਤੀ ਸੀ ਸਰਕਾਰ ਦੀ, ਸਰਕਾਰ ਹਮਲੇ ਤੇ ਉਤਰਦੀ। ਪਰ ਉਹ ਸਾਰੀਆਂ ਗੱਲਾਂ ਨੂੰ ਸਾਡੇ ਇਕੱਠਾਂ ਨੇ, ਹਰਿਆਣੇ ਤੇ ਮਤਲਬ ਰਾਜਸਥਾਨ ਨੇ ਤੇ ਪੰਜਾਬ ਦੇ ਲੋਕਾਂ ਨੇ ਧੋ ਦਿੱਤਾ। ਇਕੱਠ ਤਾਂ ਦਿਨ ਪਰ ਦਿਨ ਵਧਣਗੇ, ਘਟਦੇ ਨਹੀਂ। ਅੱਜ ਪਿੰਡਾਂ 'ਚ ਬੋਲ ਦਿੱਤਾ ਵੀ ਲੱਕੜਾਂ ਦੀ ਬਹੁਤ ਵੱਡੀ ਲੋੜ ਹੈ, ਵੱਡੀਆਂ ਟਰਾਲੀਆਂ ਤੇ ਟਰਾਲੇ ਲੱਕੜਾਂ ਦੇ ਭਰ ਕੇ ਜਾ ਰਹੇ ਆ। ਇਹ ਲੰਬੀ ਤਿਆਰੀ ਹੈ ਕਿਸਾਨਾਂ ਦੀ, 3 ਮਹੀਨਿਆਂ ਦੀ ਤਿਆਰੀ ਕੀਤੀ ਹੋਈ ਜਥੇਬੰਦੀਆਂ ਦੀ ਉਹ ਰੰਗ ਲੈ ਕੇ ਆਈ। ਅੱਜ ਸਾਡੇ ਨੌਜਵਾਨ ਬਹੁਤ ਵੱਡੇ ਜੋਸ਼ 'ਚ ਨੇ, ਸਾਡੇ 80 ਸਾਲ ਦੇ ਬਜ਼ੁਰਗ ਇਹਨਾਂ ਨੂੰ ਕਹਿ ਰਹੇ ਆ ਕੱਪੜੇ ਕੱਢ ਕੇ ਵੀ ਠੰਡ ਦੀ ਕੋਈ ਪਰਵਾਹ ਨਹੀਂ, ਇਹਨਾਂ ਨੂੰ ਜਾਣ ਲੈਣਾ ਚਾਹੀਦਾ। ਇੱਥੇ ਜਾਨਾਂ ਦੀ ਪਰਵਾਹ ਨਹੀਂ। ਬਹੁਤ ਵੱਡੀ ਜੰਗ ਜਿਹੜੀ ਸੈਂਟਰ ਸਰਕਾਰ ਨਾਲ ਲੋਕ ਲੜ ਰਹੇ ਆ, ਇਹਨੂੰ ਜਿੱਤ ਕੇ ਮੁੜਨਗੇ। ਕੇਂਦਰ ਸਰਕਾਰ ਕਹਿ ਰਹੀ ਆ ਕਿ ਕੁਝ ਕੁ ਸਟੇਟਾਂ ਨੇ ਜਿਹੜੀਆਂ ਮੰਨਦੀਆਂ ਨਹੀਂ, ਉਹਨਾਂ ਨੂੰ ਪੋਲੀਟੀਕਲ ਸਹਿ ਆ, ਰਾਜਨੀਤਿਕ ਪਾਰਟੀਆਂ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾ ਰਹੀਆਂ ਨੇ। ਕੀ ਕਹੋਗੇ? ਇਹ ਤਾਂ ਸਰਕਾਰ ਦੀਆਂ ਗੱਲਾਂ ਨੇ, ਉੱਥੇ ਪੋਲੀਟੀਕਲ ਸਿਸਟਮ ਕੋਈ ਨਹੀਂ ਹੈ। ਤੁਸੀਂ ਜਾਂਦੇ ਰਹਿੰਦੇ ਹੋ, ਤੁਸੀਂ ਦੇਖਦੇ ਹੋ ਟਰਾਲੀਆਂ 'ਚ ਫਿਰ ਕੇ। ਇਹ ਤਾਂ ਸਿਰਫ ਜਿਹੜਾ ਗੋਦੀ ਮੀਡੀਆ ਹੈ, ਜਿਹੜਾ ਉਹਨਾਂ ਦਾ ਖਰੀਦਿਆ ਹੋਇਆ ਮੀਡੀਆ ਹੈ, ਉਹ 2-3 ਚੈਨਲ ਨੇ ਜਿਹੜਿਆਂ ਨਾਲ ਲੋਕਾਂ ਨੇ ਵਿਰੋਧ ਵੀ ਕੀਤਾ, ਉਹੀ ਕਹਿ ਰਹੇ ਹੈ। ਪਰ ਇਹੋ ਜਿਹਾ ਕੁਛ ਨਹੀਂ। ਕਿਸਾਨ ਜਥੇਬੰਦੀਆਂ ਬੜੀਆਂ ਸਮਝਦਾਰ ਨੇ, ਤਜਰਬੇ 'ਚੋਂ ਨਿਕਲੀਆਂ ਹੋਈਆਂ, ਹਰੇਕ ਗੱਲ ਨੂੰ ਭਾਂਪਦੀਆਂ। ਰਾਜਨੀਤੀ ਦਾ ਕੋਈ ਮਸਲਾ ਨਹੀਂ, ਇੱਥੋਂ ਲੈ ਕੇ ਉੱਥੇ ਤੱਕ। ਨਾ ਰਾਜਨੀਤੀ ਨੂੰ ਜਥੇਬੰਦੀਆਂ ਲਵੇ ਫਟਕਣ ਦਿੰਦੀਆਂ ਨੇ, ਕੋਈ ਰਾਜਨੀਤਿਕ ਬੰਦੇ ਨੂੰ ਪਿੱਛੇ ਵੀ ਨਹੀਂ ਬੈਠਣ ਦਿੱਤਾ ਜਾਂਦਾ। ਬਹੁਤ ਦੂਰ ਰੱਖੇ ਹੋਏ ਆ ਰਾਜਨੀਤਿਕ ਲੋਕ। ਇਹ ਤਾਂ ਸਿਰਫ ਤੇ ਸਿਰਫ ਗੋਦੀ ਮੀਡੀਆ। ਇੱਕ ਤੁਸੀਂ ਹੋ ਜਿਹੜੇ ਸਾਡੇ ਉੱਥੇ ਨਾਲ ਸੌਂ ਕੇ, ਪਰਾਲੀਆਂ ਤੇ ਸੌਂ ਕੇ ਖਬਰਾਂ ਭੇਜਦੇ ਹੋ, ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਪਰ ਗੋਦੀ ਮੀਡੀਆ ਜਿਹੜਾ ਗੱਲਾਂ ਕਰਦਾ ਵੀ ਇਹ ਤਾਂ ਕਾਂਗਰਸੀ ਨੇ ਜੀ, ਇਹਨਾਂ ਨੇ ਤਾਂ ਸਾਨੂੰ ਇੱਥੇ ਤੱਕ ਕਿਹਾ ਅੱਤਵਾਦੀ ਨੇ, ਵੱਖਵਾਦੀ ਨੇ, ਇਹ ਮਾਓਵਾਦੀ ਨੇ। ਪਰਚੇ ਦੇ ਦਿੱਤੇ 16 ਲੀਡਰਾਂ ਦੇ ਉੱਤੇ, ਮਤਲਬ ਆਪਾ ਦੇ ਤਹਿਤ ਕਾਨੂੰਨ ਲਾ ਕੇ ਵੀ ਇਹ ਮਾਓਵਾਦੀ ਨੇ ਜੀ, ਇਹਨਾਂ ਨੂੰ ਅੰਦਰ ਬੰਦ ਕੀਤਾ ਜਾਵੇ, ਇਹਨਾਂ ਦੀਆਂ ਜ਼ਮਾਨਤਾਂ ਵੀ ਨਾ ਹੋਣ। ਇੱਥੇ ਬੜੇ ਕਾਨੂੰਨ ਬਣੇ ਆ ਤੇ ਬੜੇ ਟੁੱਟੇ ਆ, ਬੜੇ ਪਰਚੇ ਦਿੱਤੇ ਆ। ਪਰ ਸੰਘਰਸ਼ੀ ਲੋਕ ਕਦੇ ਗੱਲਾਂ ਦੀ ਪਰਵਾਹ ਨਹੀਂ ਕਰਦੇ। ਮੰਨਣੀ ਚਾਹੀਦੀ ਆ ਗੱਲ ਸਰਕਾਰ ਨੂੰ। ਇਹ ਲੋਕ ਹੁਣ ਉਹ ਅਵਧੀ ਤੇ ਆਏ ਹੋਏ ਨੇ, ਜਿਵੇਂ ਕਹਿ ਦਈਏ ਵੀ ਆਪਾ ਵਾਰ ਕੇ ਅਸੀਂ ਗੈਰੜੇ ਭਵਿੱਖ ਨੂੰ ਬਚਾ ਚੱਲੀਏ, ਉਹ ਲੜਾਈ ਹੈ ਜੀ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਮਨਜੀਤ ਸਿੰਘ ਘਰਾਚੋਂ, ਜਿਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਨੇ ਜੋ ਫੈਸਲਾ ਕੀਤਾ, ਗੱਲਬਾਤ ਕੀਤੀ ਆ, ਉਹ ਸਹੀ ਨਹੀਂ ਹੈਗੀ। ਕਿਤੇ ਨਾ ਕਿਤੇ ਨਾ ਖੁਸ਼ਾਂ ਸੀ, ਕਿਸਾਨ ਜਥੇਬੰਦੀਆਂ ਨਾ ਖੁਸ਼ ਨੇ, ਕਿਉਂਕਿ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਪੂਰੇ ਦੇਸ਼ ਵਾਸੀ ਦੇ ਕਿਸਾਨ, ਪੂਰੀ ਦੁਨੀਆ ਦੇ ਕਿਸਾਨ, ਤੁਸੀਂ ਲਾ ਲਓ ਵੀ ਪ੍ਰਦਰਸ਼ਨ ਕਰ ਰਹੇ ਨੇ, ਧਰਨੇ ਕਰ ਰਹੇ ਨੇ, ਦੂਜੇ ਦੇਸ਼ਾਂ 'ਚੋਂ ਧਰਨੇ ਪ੍ਰਦਰਸ਼ਨ ਹੁੰਦੇ ਆ ਰਹੇ ਨੇ। ਪਰ ਸੁਪਰੀਮ ਕੋਰਟ ਨੇ ਜੋ ਕਮੇਟੀਆਂ ਦੇ ਗੱਲ ਕਹੀ ਆ ਵੀ ਉਹ ਤੋਂ ਅਸੀਂ ਨਾ ਖੁਸ਼ ਹਾਂ, ਉਹ ਸਹੀ ਨਹੀਂ ਹੈਗੀ। ਪਰ ਸਾਡੇ ਪ੍ਰਦਰਸ਼ਨ ਐਵੇਂ ਹੀ ਚੱਲਦੇ ਰਹਿਣਗੇ ਤੇ ਅਸੀਂ ਇਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਾਂਗੇ। ਕੈਮਰਾਮੈਨ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।